Hello everyone. Today will be discussions growth and development, and it is a principles meaning of the growth. Growth की है? कहते the term growth is used purely physical sense. It is generally referred to an increase in size, height and weight. Means वादा की है कहते कि ਪ੍ਰਮਾਣ ਸੰਬੰਧੀ ਪਰਿਵਰਤਨ ਜਾਨੀ ਕਿ ਕੁਆਂਟੀਟੇਟਿਵ ਪਰਿਵਰਤਨ ਹੈ। ਇਹ ਬੱਚੇ ਦੇ ਵੱਡੇ ਹੋਣ ਦੇ ਨਾਲ ਆਕਾਰ, ਲੰਬਾਈ, ਉਚਾਈ ਤੇ ਭਾਰ ਆਦਿ ਵਿੱਚ ਹੋਣ ਵਾਲੇ ਪਰਿਵਰਤਨ ਨੂੰ ਅਸੀਂ ਕੀ ਕਹਿੰਦੇ ਹਾਂ? ਵਾਧਾ ਕਹਿੰਦੇ ਹਾਂ। ਮੀਨਸ ਇਹ ਸਾਈਜ਼, ਹਾਈਟ ਐਂਡ weight ਵਿੱਚ ਇਨਕਰੀਜ਼ ਹੈ। ਤੇ ਡਿਵੈਲਪਮੈਂਟ ਕੀ ਹੈ? ਡਿਵੈਲਪਮੈਂਟ implies overall change in shape, form of structures, improve working or functioning. It indicate the change in the quality जिनकी qualitative और character rather than in quantitative means ਵਿਕਾਸ ਸ਼ਬਦ ਵਾਧੇ ਦੀ ਤਰ੍ਹਾਂ ਕੇਵਲ ਪ੍ਰਮਾਣ ਸੰਬੰਧੀ ਪਰਿਵਰਤਨ ਨੂੰ ਹੀ ਨਹੀਂ ਦਰਸਾਉਂਦਾ ਬਲਕਿ ਇਹ ਗੁਣਾਤਮਿਕ ਪਰਿਵਰਤਨ means ਉਸ ਬੱਚੇ ਦੀ ਕਾਰਜ ਸਮਰੱਥਾ ਕਾਰਜ ਕੁਸ਼ਲਤਾ ਉਸਦੇ ਬਿਹੇਵੀਅਰ ਨੂੰ ਵੀ ਦਰਸਾਉਂਦਾ ਹੈ ਤਾਂ ਅੱਗੇ ਅਸੀਂ ਕੀ ਕਰਾਂਗੇ ਡਿਫਰੈਂਸ ਬਿਟਵੀਨ ਗਰੋਥ ਐਂਡ ਡਿਵੈਲਪਮੈਂਟ ਤਾਂ ਫਿਰ ਗਰੋਥ ਕੀ ਹੈ growth ਅਸੀਂ ਜਾਣਦੇ ਹਾਂ increase in size, length, height and weight or quantitative aspect. और development की है development is the development overall change in the shape, form or structures ਜਾਣੀ ਕਿ ਕੰਮ ਕਰਨ ਦੀ ਕੁਸ਼ਲਤਾ ਤੇ growth ਕੀ ਹੈ growth is the part of development process और quantitative aspect means ਜੋ growth ਹੈ ਉਹ development ਦਾ ਇੱਕ ਭਾਗ ਹੈ ਔਰ ਕੁਆਂਟੀਟੇਟਿਵ ਐਸਪੈਕਟ ਹੈ ਇਸ ਨੂੰ ਅਸੀਂ ਮੈਜ਼ਰਮੈਂਟ ਕਰ ਸਕਦੇ ਹਾਂ ਜਦਕਿ ਡਿਵੈਲਪਮੈਂਟ ਕੀ ਹੈ ਇੱਕ ਬਰੋਡ ਟਰਮ ਹੈ ਔਰ ਓਵਰਆਲ ਇੱਕ ਗਰੋਥ ਇਸ ਦਾ ਇੱਕ ਪਾਰਟ ਹੈ ਤੇ ਡਿਵੈਲਪਮੈਂਟ ਬਰੋਡ ਹੈ ਮੀਨਸ ਡਿਵੈਲਪਮੈਂਟ ਨੂੰ ਅਸੀਂ ਬਰੋਡ ਟਰਮ ਕਹਾਂਗੇ ਔਰ ਗਰੋਥ ਨੂੰ ਅਸੀਂ ਨੈਰੋ ਟਰਮ ਕਹਾਂਗੇ ਇੱਥੇ डेवलपमेंट बोथ ही है क्वालिटेटिव और क्वांटिटेटिव चेंज और ग्रोथ डेवलपमेंट का एक पार्ट है और नेक्स्ट पॉइंट जो इम्पोर्टेंट पार्ट है कि ग्रोथ डज नॉट कंटिन्यू थ्रू आउट हैज बीन अटेन यानी कि जो वाਧਾ है ना ਸ਼ਬਦ ਵਿਅਕਤੀ ਦੇ ਸਰੀਰ ਦੇ ਕਿਸੇ ਵੀ ਉਹ ਕਹਿੰਦੇ ਕਿ ਇੱਕ ਇਹ ਜੋ ਵਾਧਾ ਹੈ ਵਾਧੇ ਦੀ ਕਿਰਿਆ ਜੀਵਨ ਭਰ ਨਹੀਂ ਚੱਲਦੀ ਕਿਉਂ ਕਿਉਂਕਿ ਇੱਕ ਮੈਚੁਰਿਟੀ ਆਉਣ ਤੱਕ ਹੀ ਹੁੰਦਾ ਹੈ ਕਿ ਜਦੋਂ ਬੱਚਾ ਪਰਿਪੱਕ ਹੋ ਜਾਂਦਾ ਹੈ ਉਦੋਂ ਇੱਕ ਟਾਈਮ ਤੇ ਸਟਾਪ ਹੋ ਜਾਂਦੀ ਹੈ ਜਦਕਿ ਡਿਵੈਲਪਮੈਂਟ ਕੀ ਹੈ ਡਿਵੈਲਪਮੈਂਟ ਇਜ਼ ਅ ਕੰਟੀਨਿਊ ਪ੍ਰੋਸੈਸ ਵਿਕਾਸ ਕੀ ਹੈ ਇੱਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ ਵਾਧੇ ਦੀ ਤਰ੍ਹਾਂ ਪਰਿਪੱਕ ਹੋਣ ਤੇ ਸਮਾਪਤ ਨਾ ਹੋਣ ਕਰਕੇ ਇਹ ਕੀ ਹੈ ਬੇਟਾ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਤਾਂ ਇਹ ਇੰਪੋਰਟੈਂਟ ਪੁਆਇੰਟ ਹੈ ਇਹ ਆਸਕ ਕਰਦਾ ਹੈ ਕੁਐਸਚਨ ਚ ਕਿ growth is a continue process no growth continue process ਨਹੀਂ ਹੈ ਜਦਕਿ development is the continue process ਇਹ ਜੀਵਨ ਭਰ ਚਲਦੀ ਰਹਿੰਦੀ ਹੈ ਕਿਰਿਆ next the change produced by growth are the subject of measurement they may be quantified and are observed in natures means ਵਾਧੇ ਦੇ ਫਲਸਰੂਪ ਹੋਣ ਵਾਲੇ ਪਰਿਵਰਤਨ ਬਿਨਾਂ ਕੋਈ ਵਿਸ਼ੇਸ਼ ਯਤਨ ਕੀਤੇ ਆਪਣੇ ਆਪ ਦਿਖਾਈ ਦਿੰਦੇ ਹਨ ਜੇ ਕਿਸੇ ਦੀ ਹਾਈਟ ਇਨਕਰੀਜ਼ ਹੁੰਦੀ ਹੈ ਤਾਂ ਉਹਦੇ ਯਤਨ ਨਹੀਂ ਆਪਣੇ ਆਪ ਪਤਾ ਚੱਲਦਾ ਹੈ ਕਿ ਉਸਦੀ ਹਾਈਟ weight ਸਾਈਜ਼ ਇਨਕਰੀਜ਼ ਹੋ ਗਿਆ ਇਹ ਆਪਣੇ ਆਪ ਦਿਖਾਈ ਦੇਣ ਲੱਗ ਪੈਂਦਾ ਹੈ ਲੇਕਿਨ ਜੋ ਡਿਵੈਲਪਮੈਂਟ ਹੁੰਦੀ ਹੈ ਉਹ ਇਨਡਾਇਰੈਕਟ ਹੁੰਦੀ ਹੈ ਡਿਵੈਲਪਮੈਂਟ ਐਜ਼ ਅ ਸੈਡ implies improvement in functioning, behavior, qualitative change means ਵਿਕਾਸ ਸ਼ਬਦ ਕਾਰਜ ਸਮਰੱਥਾ ਤੇ ਕਾਰਜ ਕੁਸ਼ਲਤਾ ਤੇ ਵਿਵਹਾਰ ਦੇ ਵਿੱਚ ਇਹ ਇਨਡਾਇਰੈਕਟ ਰੂਪ ਦੇ ਵਿੱਚ ਹੀ ਦਿਖਾਈ ਦਿੰਦਾ ਹੈ ਉਹਦਾ ਅਸੀਂ ਆਬਜ਼ਰਵੇਸ਼ਨ ਕਰਕੇ ਅਸੈਸਮੈਂਟ ਕਰ ਸਕਦੇ ਹਾਂ ਕਿ ਉਸਦੀ ਕਿੰਨੀ ਡਿਵੈਲਪਮੈਂਟ ਹੋਈ ਹੈ ਤਾਂ ਅਸੀਂ ਕੀ ਸਮਝਿਆ ਕਿ ਗਰੋਥ ਕੀ ਹੈ ਇੱਕ ਨੈਰੋ ਟਰਮ ਹੈ ਔਰ ਡਿਵੈਲਪਮੈਂਟ ਬਰੋਡ ਟਰਮ ਹੈ ਗਰੋਥ ਡਿਵੈਲਪਮੈਂਟ ਦਾ ਇੱਕ ਪਾर्ट है इसलिए और ग्रोथ की है एक टाइम ते आके रुक जाती है मैच्योरिटी के अकॉर्डिंग और डेवलपमेंट कंटिन्यू प्रोसेस है स्टेजेस ऑफ द ग्रोथ एंड डेवलपमेंट ਵਾਧੇ ਅਤੇ ਵਿਕਾਸ ਦੀਆਂ ਅਵਸਥਾਵਾਂ ਜਾਣੀ ਕਿ ਇਹਦੀ ਕਿਹੜੀ ਕਿਹੜੀ ਸਟੇਜ ਹੈ ਪ੍ਰੀਨੈਟਲ ਤੋਂ ਪ੍ਰੀਨੈਟਲਸ ਮੀਨਸ conceptions to birth ਗਰਭ ਧਾਰਨ ਤੋਂ stage of infancy from birth to year शिशु काल ते बालपन मीन्स जन्म तो लेके 2 साल तक
ਨੈਕਸਟ ਚਾਈਲਡਹੁੱਡ ਸਟੇਜ, ਬਚਪਨ ਜਾਂ ਬਾਲ ਅਵਸਥਾ, ਇਹ 3rd to 12th ਈਅਰ। ਨੈਕਸਟ adolescence stage is 13 to 19 year, or adulthood stage from 20 years and the age of attaining maturity till that means 20 year ਤੋਂ ਲੈ ਕੇ ਉਸਦੀ ਪਰਪੱਕਤਾ ਗ੍ਰਹਿਣ ਕਰਨ ਦੇ ਸਮੇਂ ਤੋਂ ਲੈ ਕੇ ਮੌਤ ਨੂੰ ਤਾਂ ਇਸ ਚੀਜ਼ ਤੁਹਾਨੂੰ ਲਰਨ ਹੋਣੀਆਂ ਚਾਹੀਦੀਆਂ ਨੇ। ਕਈ ਵਾਰੀ ਪੁੱਛ ਲੈਂਦਾ ਹੈ ਕਿ ਚਾਈਲਡਹੁੱਡ ਸਟੇਜ ਕਿੱਥੋਂ ਸ਼ੁਰੂ ਹੁੰਦੀ ਹੈ, ਸਟੇਜ ਆਫ ਇਨਫੈਂਸੀ, ਅਡੋਲਸੈਂਟ ਸਟੇਜ, ਅਡਲਟਹੁੱਡ ਸਟੇਜ। ਨੈਕਸਟ ਕੀ ਹੈ, ਵੇਰੀਅਸ ਐਸਪੈਕਟ ਆਫ ਦਾ ਗਰੋਥ ਐਂਡ ਡਿਵੈਲਪਮੈਂਟ, ਵਾਧੇ ਅਤੇ ਵਿਕਾਸ ਦੀਆਂ ਵਿਭਿੰਨ ਦਿਸ਼ਾ। ਤਾਂ ਵੇਰੀਅਸ ਐਸਪੈਕਟ ਕਿਹੜੇ ਹਨ, ਤਾਂ ਫਿਜ਼ੀਕਲ ਡਿਵੈਲਪਮੈਂਟ ਮੀਨਸ ਸਰੀਰਕ ਵਿਕਾਸ, ਇਹ ਇੰਟਰਨਲ ਐਂਡ ਐਕਸਟਰਨਲ ਫੈਕਟਰ ਹੈ। ਕੋਗਨੇਟਿਵ ਨੂੰ ਅਸੀਂ ਮੈਂਟਲ ਜਾਂ ਇੰਟੈਕਚੁਅਲ ਡਿਵੈਲਪਮੈਂਟ, ਇਸ ਦੇ ਵਿੱਚ ਕੀ ਕੀ ਆਉਂਦਾ ਹੈ, ਕ੍ਰੀਏਟਿਵਿਟੀ, ਸੈਂਸੇਸ਼ਨਸ, ਪਰਸੈਪਸ਼ਨਸ, ਕਨਸੈਂਟਰੇਸ਼ਨ, ਜਨਰਲਾਈਜੇਸ਼ਨਸ, ਇਹ ਡਿਵੈਲਪਮੈਂਟ ਦੇ ਪ੍ਰਸਪੈਕਟ ਆਉਂਦੇ ਹਨ। ਜਿਵੇਂ ਕੋਗਨੇਟਿਵ ਮੈਂਟਲ ਦੇ ਵਿੱਚ ਉਸਦਾ ਕੀ ਹੈ, ਗਿਣਾਤਮਿਕ ਵਿਕਾਸ ਦੇ ਵਿੱਚ। ਔਰ ਥਰਡ ਕੀ ਹੈ, ਇਮੋਸ਼ਨਲ ਡਿਵੈਲਪਮੈਂਟ, ਇਹਦੇ ਵਿੱਚ ਇਮੋਸ਼ਨਸ ਇਨਕਲੂਡ ਹੁੰਦੇ ਹਨ। ਔਰ ਮੋਰਲ ਔਰ ਕਰੈਕਟਰ ਡਿਵੈਲਪਮੈਂਟ ਵਿੱਚ ਉਸਦੀਆਂ ਫੀਲਿੰਗਸ, ਵੈਲਿਊਜ਼ ਇਨਕਲੂਡ ਹਨ। ਸੋਸ਼ਲ ਡਿਵੈਲਪਮੈਂਟ ਵਿੱਚ ਉਸਦੀ ਸੋਸ਼ਲ ਵੈਲਿਊ ਇਨਕਲੂਡਸ ਹਨ। ਲੈਂਗੁਏਜ ਡਿਵੈਲਪਮੈਂਟ ਉਸਦਾ ਲੈਂਗੁਏਜ ਭਾਸ਼ਾ ਸੰਬੰਧੀ ਵਿਕਾਸ। ਨੈਕਸਟ ਹੈ ਪ੍ਰਿੰਸੀਪਲਸ ਆਫ ਗਰੋਥ ਐਂਡ ਡਿਵੈਲਪਮੈਂਟ, ਮੋਸਟ ਇੰਪੋਰਟੈਂਟ ਪ੍ਰਿੰਸੀਪਲ ਆਫ ਕੰਟੀਨਿਊਟੀ, ਜਿਵੇਂ ਕਿ ਨਿਰੰਤਰਤਾ ਦਾ ਸਿਧਾਂਤ। ਪ੍ਰਿੰਸੀਪਲ ਆਫ ਇੰਡੀਵਿਜੂਅਲ ਡਿਫਰੈਂਸ, ਨਿੱਜੀ ਅੰਤਰ ਦਾ ਸਥਾਨ। ਹੁਣ ਫਸਟ ਕੀ ਹੈ, ਪ੍ਰਿੰਸੀਪਲ ਆਫ ਕੰਟੀਨਿਊਟੀ ਨਿਰੰਤਰਤਾ, ਇਹ ਸਥਾਨ ਦੱਸਦਾ ਹੈ ਕਿ ਵਿਕਾਸ ਇੱਕ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਇਹ ਉਸਦੇ ਜਨਮ ਤੋਂ ਲੈ ਕੇ ਮਰਨ ਤੱਕ ਚਲਦੀ ਰਹਿੰਦੀ ਹੈ, ਜਦਕਿ ਗਰੋਥ ਕੀ ਇੱਕ ਟਾਈਮ ਪੀਰੀਅਡ ਤੇ ਰੁਕ ਜਾਂਦੀ ਹੈ। ਪ੍ਰਿੰਸੀਪਲਸ ਆਫ ਇੰਡੀਵਿਜੂਅਲ ਡਿਫਰੈਂਸ, ਨਿੱਜੀ ਅੰਤਰ ਮੀਨਸ ਜੇਕਰ ਆਪਾਂ ਸਾਈਕੋਲੋਜੀਕਲ ਮੀਨਿੰਗ ਤੋਂ ਦੇਖੀਏ ਤਾਂ ਇੰਡੀਵਿਜੂਅਲ ਡਿਫਰੈਂਟ ਹੁੰਦਾ ਹੈ। ਮੀਨਸ ਸਾਰੇ ਬੱਚੇ ਇੱਕ ਸਮਾਨ ਨਹੀਂ ਹੁੰਦੇ, ਉਹਨਾਂ ਵਿੱਚ ਇੰਟਰਸਟ, ਐਪਟੀਟਿਊਡ, ਹਰ ਤਰ੍ਹਾਂ ਇੰਟਰਸਟ ਨੂੰ ਲੈ ਕੇ ਕੀ ਪਾਇਆ ਜਾਂਦਾ ਹੈ, ਅੰਤਰ ਪਾਇਆ ਜਾਂਦਾ ਹੈ। ਤੇ ਟੀਚਰਸ ਨੂੰ ਉਸਨੂੰ ਸਮਝ ਕੇ ਹੀ ਇਸ ਕੰਮ ਨੂੰ ਕਰਨਾ ਪੈਂਦਾ ਹੈ ਕਿ ਇੰਡੀਵਿਜੂਅਲ ਡਿਫਰੈਂਸ ਨੇ, ਇਸ ਲਈ ਉਹ ਆਪਣੇ ਅਕੋਰਡਿੰਗ ਹੀ ਉਸਨੂੰ ਸੋਲਵ ਕਰਦਾ ਹੈ। ਰੇਟ ਆਫ ਗਰੋਥ ਐਂਡ ਡਿਵੈਲਪਮੈਂਟ ਇਜ਼ ਨਾਟ ਯੂਨੀਫਾਰਮ, ਵਾਧਾ ਤੇ ਵਿਕਾਸ ਦੀ ਗਤੀ ਦੀ ਦਰ ਇੱਕੋ ਜਿਹੀ ਨਹੀਂ ਰਹਿੰਦੀ। ਕਹਿੰਦੇ ਵਾਧੇ ਤੇ ਵਿਕਾਸ ਦੀ ਨਾ ਦਰ ਇੱਕੋ ਜਿਹੀ ਨਹੀਂ ਹੁੰਦੀ, ਕਦੀ ਤੇਜ਼ ਹੁੰਦੀ ਹੈ, ਕਦੀ ਜ਼ਿਆਦਾ। ਯੂਨੀਫਾਰਮਿਟੀ ਆਫ ਦਾ ਪੈਟਰਨ, ਵਿਕਾਸ ਕਰਮ ਦੀ ਇਕਰੂਪਤਾ। ਡਿਵੈਲਪਮੈਂਟ ਪ੍ਰੋਸੀਡ ਫਰੋਮ ਜਨਰਲ ਟੂ ਸਪੈਸੀਫਿਕ ਰਿਸਪੌਂਸ, ਵਿਕਾਸ ਸਧਾਰਨ ਤੋਂ ਵਿਸ਼ੇਸ਼ ਵੱਲ ਚੱਲਦਾ ਹੈ। ਇਹ ਇੰਪੋਰਟੈਂਟ ਪੁਆਇੰਟ ਹੈ। ਜਿਵੇਂ ਕੰਟੀਨਿਊਟੀ ਵਾਲਾ ਇੰਪੋਰਟੈਂਟ ਸੀ, ਉਵੇਂ ਇਹ ਇੰਪੋਰਟੈਂਟ ਹੈ ਕਿ ਡਿਵੈਲਪਮੈਂਟ ਕਿਵੇਂ ਹੁੰਦਾ ਹੈ। ਤਾਂ ਡਿਵੈਲਪਮੈਂਟ ਪ੍ਰੋਸੀਡ ਫਰੋਮ ਜਨਰਲ ਟੂ ਸਪੈਸੀਫਿਕ ਰਿਸਪੌਂਸ ਮੀਨਸ ਵਿਕਾਸ ਸਧਾਰਨ ਤੋਂ ਵਿਸ਼ੇਸ਼ ਵੱਲ ਚੱਲਦਾ ਹੈ। ਵਿਕਾਸ ਅਤੇ ਵਾਧੇ ਦੀਆਂ ਸਾਰੀਆਂ ਦਿਸ਼ਾਵਾਂ ਕੀ ਨੇ, ਵਿਸ਼ਿਸ਼ਟ ਕਿਰਿਆਵਾਂ ਤੋਂ ਪਹਿਲਾਂ ਉਹਨਾਂ ਦੇ ਸਧਾਰਨ ਰੂਪ ਦੇ ਦਰਸ਼ਨ ਹੁੰਦੇ ਹਨ। ਉਦਾਹਰਨ ਦੇ ਲਈ ਆਪਣੇ ਨਾਲ ਕੁਝ ਚੀਜ਼ ਫੜਨ ਤੋਂ ਪਹਿਲਾਂ ਬੱਚਾ ਕੀ ਕਰਦਾ ਹੈ, ਇੱਧਰ ਉੱਧਰ ਉਵੇਂ ਹੀ ਹੱਥ ਮਾਰਨ ਜਾਂ ਫੈਲਾਉਣ ਦੀ ਕੋਸ਼ਿਸ਼ ਕਰਦਾ ਹੈ। ਸੋ ਡਿਵੈਲਪਮੈਂਟ ਪ੍ਰੋਸੈਸ ਕੀ ਹੈ, ਜਨਰਲ ਟੂ ਸਪੈਸੀਫਿਕ, ਵਿਕਾਸ ਸਧਾਰਨ ਤੋਂ ਵਿਸ਼ੇਸ਼ ਵੱਲ ਚੱਲਦਾ ਹੈ। ਪ੍ਰਿੰਸੀਪਲਸ ਆਫ ਇੰਟਰ ਰਿਲੇਸ਼ਨਸ, ਪਰਸਪਰ ਦਾ ਸਿਧਾਂਤ। ਪ੍ਰਿੰਸੀਪਲਸ ਆਫ ਇੰਟੀਗ੍ਰੇਸ਼ਨਸ, ਪ੍ਰਿੰਸੀਪਲਸ ਆਫ ਪ੍ਰੈਡਿਕਟੇਬਲ, ਵਿਕਾਸ ਦੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ। ਹੁਣ ਇਹ ਡਿਵੈਲਪਮੈਂਟ ਇਜ਼ ਅ ਪ੍ਰੈਡਿਕਟੇਬਲ, ਯਾਨੀ ਕਿ ਵਿਕਾਸ ਦੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ। ਕਿਵੇਂ, ਕਹਿੰਦੇ ਇੱਕ ਬੱਚੇ ਦੀ ਵਾਧੇ ਤੇ ਵਿਕਾਸ ਦੀ ਗਤੀ ਨੂੰ ਧਿਆਨ ਵਿੱਚ ਰੱਖ ਕੇ ਉਸਦੇ ਅੱਗੇ ਵਧਣ ਦੀ ਦਿਸ਼ਾ ਤੇ ਸਰੂਪ ਬਾਰੇ ਭਵਿੱਖਬਾਣੀ ਕੀਤੀ ਜਾ ਸਕਦੀ ਹੈ। ਪ੍ਰਿੰਸੀਪਲ ਆਫ ਡਿਵੈਲਪਮੈਂਟ ਡਾਇਰੈਕਸ਼ਨ, ਵਿਕਾਸ ਦੀ ਦਿਸ਼ਾ ਦਾ ਸਥਾਨ। ਹੁਣ ਇਸ ਦੇ ਵਿੱਚ ਇਹ ਕੀ ਦੱਸਿਆ ਕਿ ਵਿਕਾਸ ਦੀ ਦਿਸ਼ਾ ਦਾ ਸਥਾਨ ਕੀ ਹੈ। ਤਾਂ ਅਕੋਰਡਿੰਗ ਟੂ Kappuswamy, he says that development is a cephalocaudal as well as proximo-distal. cephalocaudal ਕੀ ਹੈ, ਇਹ ਮੋਸਟ ਇੰਪੋਰਟੈਂਟ ਹੈ। ਇਹ ਕੁਐਸਚਨ ਪੁੱਛਿਆ ਜਾਂਦਾ ਹੈ ਕਿ cephalocaudal ਇਹ ਕੀ ਹੈ, longitudinal direction means ਲੰਬਵਤ ਰੂਪ ਵਿੱਚ, ਮੀਨਿੰਗ ਸਿਰ ਤੋਂ ਪੈਰਾਂ ਵੱਲ ਹੁੰਦਾ ਹੈ ਵਿਕਾਸ। ਜਿਹੜਾ ਵਿਕਾਸ ਕੀ ਹੈ cephalocaudal ਦੇ ਮੁਤਾਬਕ ਕੀ ਹੈ ਬੇਟਾ, ਸਿਰ ਤੋਂ ਪੈਰਾਂ ਵੱਲ ਹੁੰਦਾ ਹੈ ਵਿਕਾਸ। ਸਭ ਤੋਂ ਪਹਿਲਾਂ ਬੱਚਾ ਆਪਣੇ ਸਿਰ ਤੇ ਬਾਹਾਂ ਦੀ ਗਤੀ ਤੇ ਨਿਯੰਤਰਣ ਕਰਨਾ ਸਿੱਖਦਾ ਹੈ। ਉਸ ਦੇ ਬਾਅਦ ਫਿਰ ਲੱਤਾਂ ਨੂੰ, ਇਸ ਦੇ ਬਾਅਦ ਹੀ ਉਹ ਚੰਗੀ ਤਰ੍ਹਾਂ ਬਿਨਾਂ ਸਹਾਰੇ ਖੜੇ ਹੋਣਾ, ਚੱਲਣਾ ਸਿੱਖਦਾ ਹੈ। ਇਸ ਨੂੰ ਅਸੀਂ ਕੀ ਕਹਿੰਦੇ ਹਾਂ, ਲੌਂਗੀਟਿਊਡਨਲ
ਡਾਇਰੈਕਸ਼ਨ ਲੰਬਵਰ ਰੂਪ ਵਿੱਚ ਮੀਨਿੰਗ ਸਿਰ ਤੋਂ ਪੈਰਾਂ ਵੱਲ, ਹੈਡ ਟੂ ਫੀਟ। ਔਰ ਜੇਕਰ ਅਸੀਂ ਦੂਸਰੇ ਪਾਸੇ ਕਰੀਏ ਤਾਂ ਪ੍ਰੋਕਸੀਮੋ ਡਿਸਟਲ ਮੀਨਸ ਪ੍ਰੋਕਸੀਮੋ ਡਿਸਟਲ ਦੇ ਅਨੁਸਾਰ ਟੈਂਡੈਂਸੀ ਆਫ ਦਾ ਡਿਵੈਲਪਮੈਂਟ ਕੀ ਹੈ? ਇਟ ਇਜ਼ ਦਾ ਪ੍ਰੋਸੀਡ ਫਰੋਮ ਸੈਂਟਰ ਟੂ ਪੈਰੀਫੇਰੀ ਮੀਨਸ ਪ੍ਰੋਕਸੀਮੋ ਡਿਸਟਲ ਕਰਮ ਦੇ ਅਨੁਸਾਰ ਵਿਕਾਸ ਦਾ ਕਰਮ ਕੇਂਦਰ ਤੋਂ ਸ਼ੁਰੂ ਹੁੰਦਾ ਹੈ। ਜੇਕਰ ਉਹ ਪ੍ਰੋਕਸੀਮੋ ਡਿਸਟਲ ਤੋਂ ਪੁੱਛੇ ਤਾਂ ਇਹ ਕੀ ਹੈ? ਪ੍ਰੋਕਸੀਮੋ ਡਿਸਟਲ ਦਾ ਮੀਨਿੰਗ ਪਤਾ ਚੱਲ ਹੀ ਗਿਆ ਤੁਹਾਨੂੰ ਕਿ ਕੀ ਹੈ? ਇਟ ਇਜ਼ ਅ ਪ੍ਰੋਸੀਡ ਫਰੋਮ ਸੈਂਟਰ ਟੂ ਦਾ ਪੈਰੀਫੇਰੀ ਮੀਨਸ ਵਿਕਾਸ ਦਾ ਕਰਮ ਕੇਂਦਰ ਤੋਂ ਸ਼ੁਰੂ ਹੁੰਦਾ ਹੈ ਤੇ ਫਿਰ ਬਾਹਰੀ ਵਿਕਾਸ ਹੁੰਦਾ ਹੈ, ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਪਹਿਲਾਂ ਰੀੜ੍ਹ ਦੀ ਹੱਡੀ ਦਾ ਵਿਕਾਸ ਹੁੰਦਾ, ਉਸ ਤੋਂ ਬਾਅਦ ਹੱਥਾਂ ਤੇ ਹੱਥਾਂ ਦੀਆਂ ਉਂਗਲਾਂ ਦਾ ਤੇ ਉਂਗਲੀਆਂ ਦਾ ਵਿਕਾਸ, ਇਸ ਤੋਂ ਬਾਅਦ ਫਿਰ ਪੂਰਨ ਰੂਪ ਵਿੱਚ ਉਸ ਦਾ ਡਿਵੈਲਪਮੈਂਟ ਹੁੰਦਾ ਹੈ। ਇਹ ਇੰਪੋਰਟੈਂਟ ਹੈ ਲਾਈਨ ਕਿ ਸਿਫੋਲਾ ਕੋਡਲ ਦੇ ਅਕੋਰਡਿੰਗ ਕੀ ਹੈ? ਲੌਂਗੀਟਿਊਡਨਲ ਡਾਇਰੈਕਸ਼ਨਲ ਮੀਨਸ ਸਿਰ ਤੋਂ ਪੈਰਾਂ ਵੱਲ ਹੁੰਦਾ ਹੈ ਵਿਕਾਸ, ਤੇ ਪ੍ਰੋਕਸੀਮੋ ਡਿਸਟਲ ਮੀਨਸ ਉਸ ਦੀ ਰੀੜ੍ਹ ਦੀ ਹੱਡੀ ਦੇ ਅਕੋਰਡਿੰਗ। ਇੰਪੋਰਟੈਂਟ ਹੈ ਪੁਆਇੰਟ। ਡਿਵੈਲਪਮੈਂਟ ਇਜ਼ ਅ ਸਪਾਈਰਲ ਨਾਟ ਲੀਨੀਅਰ ਮੀਨਸ ਵਿਕਾਸ ਲੰਬੇ ਰੁਖ ਸਿੱਧਾ ਨਾ ਹੋ ਕੇ ਕੁੰਡਲਦਾਰ ਹੁੰਦਾ ਹੈ। ਬੱਚੇ ਦਾ ਜਿਹੜਾ ਵਿਕਾਸ ਹੈ ਨਾ, ਉਹ ਕਹਿੰਦੀ ਸਪਾਈਰਲ ਨਹੀਂ ਹੈ, ਇਹ ਕੀ ਹੈ? ਲੀਨੀਅਰ ਹੈ। ਬੱਚੇ ਦਾ ਵਿਕਾਸ ਲੰਬੇ ਰੁਖ ਸਿੱਧਾ ਰੇਖਾ ਕਰ ਨਾ ਹੋ ਕੇ ਕੀ ਹੁੰਦਾ ਹੈ? ਕੁੰਡਲਦਾਰ ਹੁੰਦਾ ਹੈ। ਠੀਕ ਹੈ, ਉਹ ਇੱਕੋ ਜਿਹੀ ਗਤੀ ਨਾਲ ਸਿੱਧਾ ਚੱਲ ਕੇ ਵਿਕਾਸ ਨੂੰ ਪ੍ਰਾਪਤ ਨਹੀਂ, ਸਗੋਂ ਵੱਧਦੇ ਹੋਏ ਪਿੱਛੇ ਹਟ ਕੇ ਆਪਣੇ ਵਿਕਾਸ ਨੂੰ ਸਥਾਈ ਬਣਾਉਂਦਾ ਹੈ। ਮੀਨਸ ਉਸ ਦਾ ਵਿਕਾਸ ਜੋ ਹੁੰਦਾ ਹੈ ਉਹ ਸਪਾਈਰਲ ਹੁੰਦਾ ਹੈ, ਲੀਨੀਅਰ ਨਹੀਂ ਹੁੰਦਾ। Next, growth and development is a joint product of both heredity and environment. Means ਵਾਧਾ ਤੇ ਵਿਕਾਸ ਦੀ ਕਿਰਿਆ ਜਦ ਅਤੇ ਵਾਤਾਵਰਣ ਦਾ ਇੱਕ ਹੀ ਹੈ, ਸੰਯੁਕਤ ਇਕੱਠਾ ਪਰਿਮਾਣ ਹੈ। ਬੱਚੇ ਦੇ ਵਾਧੇ ਤੇ ਵਿਕਾਸ ਨੂੰ ਕਿਸੇ ਪੱਧਰ ਤੇ ਜਦ ਅਤੇ ਵਾਤਾਵਰਣ ਦੀ ਸੰਯੁਕਤ ਨੂੰ ਮੰਨਿਆ ਜਾਂਦਾ ਹੈ, ਜਿੱਥੇ ਬੁਨਿਆਦ ਦਾ ਕੰਮ ਕਰਦੀ ਹੈ ਪ੍ਰਕਿਰਿਆ। ਕਿਉਂ? ਕਿਉਂਕਿ ਕਹਿੰਦੇ ਵਿਅਕਤੀਗਤ ਸੰਬੰਧੀ ਲੋੜੀਂਦੀ ਜਿਹੜੀ ਸਮੱਗਰੀ ਹੈ ਨਾ, ਇਹ ਜਟਾਉਣ ਵਿੱਚ ਹੁੰਦੀ ਹੈ ਉਸਦੇ, ਇਸ ਲਈ ਵਾਧੇ ਤੇ ਵਿਕਾਸ ਦੀ ਪ੍ਰਕਿਰਿਆ ਕੀ ਹੈ? ਜਦ ਅਤੇ ਵਾਤਾਵਰਣ ਦੋਨੋਂ ਹੀ ਉਸਦੇ ਲਈ ਮਹੱਤਵ ਹਨ। ਕਹਿੰਦੇ ਗਰੋਥ ਐਂਡ ਡਿਵੈਲਪਮੈਂਟ ਲਈ ਹੈਰੀਡਿਟੀ ਐਂਡ ਇਨਵਾਇਰਮੈਂਟ ਮੋਸਟ ਇੰਪੋਰਟੈਂਟ ਨੇ, ਦੋਵਾਂ ਦਾ ਹੋਣਾ ਜ਼ਰੂਰੀ ਹੈ। ਨੈਕਸਟ ਕੀ ਹੈ? ਫੈਕਟਰ ਇਨਫਲੂਐਂਸਿੰਗ ਗਰੋਥ ਐਂਡ ਡਿਵੈਲਪਮੈਂਟ। ਕਹਿੰਦੇ ਇਹਨੂੰ ਕਿਹੜੇ ਕਿਹੜੇ ਤੱਤ ਪ੍ਰਭਾਵਿਤ ਕਰਦੇ ਹਨ? ਤਾਂ ਇੰਟਰਨਲ ਫੈਕਟਰ ਅੰਦਰੂਨੀ ਕਾਰਕ, ਐਕਸਟਰਨਲ ਫੈਕਟਰ ਤੇ ਬਾਹਰੀ ਕਾਰਕ। ਹੁਣ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਦੇ ਇੰਟਰਨਲ ਫੈਕਟਰ ਕਿਹੜੇ ਹਨ ਤੇ ਐਕਸਟਰਨਲ। ਇੰਟਰਨਲ ਹੈਰੀਡਿਟੀ ਫੈਕਟਰ ਇਸਦਾ ਇੰਟਰਨਲ ਹੈ, ਬਾਇਓਲੋजिकल कॉन्स्टिट्यूशनल फैक्टर इसका इंटरनल है। और नेक्स्ट की है इंटेलिजेंस इसका इंटरनल पार्ट है, इमोशनल फैक्टर इसका इंटरनल पार्ट है, सोशल नेचर भी इसका इंटरनल मीनस इंटरनल विच ये फैक्टर आते हैं ते एक्सटर्नल विच किहड़े आते हैं? बाहरी विच इन्वायरमेंट अवेलेबल इन द वोम ऑफ द मदर्स, माँ के गर्भ विच मिलन वाला वातावरण, द इन्वायरमेंट अवेलेबल आफ्टर बर्थ जन्म के बाद मिलन वाला वातावरण मीनस ਜੀਵਨ ਵਿੱਚ ਕੋਈ ਵੀ ਘਟਨਾ ਦੁਰਘਟਨਾ ਵਾਪਰ ਸਕਦੀ ਹੈ। ਸਰੀਰਕ ਸਿਹਤ ਤੇ ਉਸਦੇ ਪੋਸ਼ਣ ਨੂੰ ਲੈ ਕੇ ਜਿਹੜਾ ਉਸਦਾ ਇਨਵਾਇਰਮੈਂਟ ਹੈ, ਸੋਸ਼ਲ ਤੇ ਕਲਚਰਸ ਇਨਵਾਇਰਮੈਂਟ, ਇਹ ਇਸ ਦੇ ਬਾਹਰੀ ਇਫੈਕਟ ਨੇ। ਉਹਨੂੰ ਕੁਐਸਚਨ ਕਿਵੇਂ ਕਰਦਾ ਹੈ ਕਿ ਤੁਹਾਨੂੰ ਉਹ ਇੰਟਰਨਲ ਐਕਸਟਰਨਲ ਬੋਥ ਪਾ ਦੇਗਾ, ਉਸਦੇ ਵਿੱਚ ਕਹੇਗਾ ਇੰਟਰਨਲ ਫੈਕਟਰ ਨੂੰ ਚੂਜ਼ ਕਰੋ। ਤਾਂ ਤੁਹਾਨੂੰ ਪਤਾ ਹੈ ਹੈਰੀਡਿਟੀ ਫੈਕਟਰ, ਬਾਇਓਲੋਜੀਕਲ ਜੋ ਫੈਕਟਰ ਹੈ, ਇਸ ਤੋਂ ਇਲਾਵਾ ਇੰਟੈਲੀਜੈਂਸੀ ਫੈਕਟਰ, ਇਮੋਸ਼ਨਲ ਫੈਕਟਰ, ਸੋਸ਼ਲ ਨੇਚਰ, ਇਹ ਇਸਦੇ ਇੰਟਰਨਲ ਹਨ। ਤੇ ਐਕਸਟਰਨਲ ਚ ਕੀ ਆਉਂਦਾ? ਇਨਵਾਇਰਮੈਂਟ ਆਉਂਦਾ, ਇਨਵਾਇਰਮੈਂਟ ਅਵੇਲੇਬਲ ਆਫਟਰ ਬਰਥ ਆਉਂਦਾ, ਫਿਰ ਕੋਈ ਵੀ ਇੰਸੀਡੈਂਟ ਵਾਪਰਦਾ ਹੈ, ਪੌਸ਼ਟਿਕ ਆਹਾਰ ਜੋ ਹੋ ਗਿਆ ਉਸਦਾ ਕਲਚਰਸ, ਇਹ ਬਾਹਰੀ ਫੈਕਟਰ ਨੇ। ਹੁਣ ਇਹਦੇ ਵਿੱਚ ਇੰਪੋਰਟੈਂਟ ਜੋ ਇੱਕ ਹੈ ਪੁਆਇੰਟ ਹੈਰੀਡਿਟੀ ਦਾ, ਤੁਹਾਨੂੰ ਪਤਾ ਹੈ ਬਾਇਓਲੋਜੀਕਲ ਕਨਸਟੀਟਿਊਸ਼ਨਸ ਫੈਕਟਰ ਦੇ ਵਿੱਚ ਕੀ ਆਉਂਦੀ ਹੈ? ਜੈਵਿਕ ਸੰਰਚਨਾਤਮਕ ਕਾਰਕ ਵਿੱਚ ਕੀ ਆਉਂਦਾ ਹੈ? ਇੱਕ ਡਕਲਸ ਗਲੈਂਡਸ ਜਾਣੀ ਕਿ ਨਲਿਕਾ ਰਹਿਤ ਗ੍ਰੰਥੀ, ਇਹ ਸ਼ੁਰੂ ਤੋਂ ਹੀ ਮਾਨਵ ਦੇ ਵਿਕਾਸ ਦੀ ਪ੍ਰਕਿਰਿਆ ਵਿੱਚ ਆਪਣੀ ਨਾ ਭੂਮਿਕਾ ਨਿਭਾਉਂਦੀ ਹੈ। ਕਿਵੇਂ? ਕਹਿੰਦਾ ਇਹਨਾਂ ਗ੍ਰੰਥੀਆਂ ਤੋਂ ਕੀ ਹੁੰਦੇ ਹਨ? ਹਾਰਮੋਨਸ ਲਹੂ ਵਿੱਚ ਘੁਲੇ ਹੋਣ ਕਰਕੇ ਕੀ ਹੁੰਦਾ ਹੈ? ਸਰੀਰ ਕੋਨੇ-ਕੋਨੇ ਵਿੱਚ ਪਹੁੰਚਦੀ ਹੈ ਜਿਹੜਾ ਲਹੂ ਹੁੰਦਾ ਹੈ। ਇਸ ਲਈ ਨਾ ਕੇਵਲ ਸਰੀਰਕ ਵਿਕਾਸ ਬਲਕਿ ਸਾਡੇ ਵਿਚਾਰਾਂ ਤੇ ਭਾਵਨਾਵਾਂ ਨੂੰ ਵੀ ਇਹ ਵਾਲੀ ਜਿਹੜੀ ਗ੍ਰੰਥੀ ਹੈ ਨਾ, ਡਕਲਸ ਗ੍ਰੰਥੀ ਇਫੈਕਟ ਕਰਦੀ ਹੈ। ਵਿਅਕਤੀ ਦੇ ਸਰੀਰਕ, ਮਾਨਸਿਕ, ਸੰਵੇਦਨਿਕ, ਸਮਾਜਿਕ ਅਤੇ ਵਿਕਾਸ ਦੀ ਦਰ ਵਿੱਚ ਉਸੇ ਤਰ੍ਹਾਂ ਹੀ ਮੁੜ ਜਾਂਦੀ ਹੈ। ਜੇਕਰ ਗ੍ਰੰਥੀਆਂ ਤੋਂ ਨਿਕਲਣ ਵਾਲੇ ਹਾਰਮੋਨ ਦੀ ਮਾਤਰਾ ਕਾਫੀ ਘੱਟ ਤੇ ਵੱਧ ਹੋ ਜੇ ਨਾ, ਤਾਂ ਫਿਰ ਕੀ ਹੁੰਦਾ ਹੈ? ਅਸੀਂ ਐਕਟਿਵ ਨਹੀਂ ਰਹਿ ਸਕਦੇ। ਠੀਕ ਹੈ, ਮਾਰੂ ਸਿੱਧ ਹੋ ਸਕਦੇ ਹਨ। ਤੇ ਫਿਰ ਇਸ ਦੇ ਨਾਲ ਹੀ ਇੱਕ ਪਿਚਟਰੀ ਗ੍ਰੰਥੀ ਹੈ,
ਜੇਕਰ ਨਿਸ਼ਕਿਰਿਆ ਰਹਿ ਜੇ ਤਾਂ ਆਦਮੀ ਕੀ ਹੋ ਜਾਂਦਾ ਹੈ ਬੋਨਾ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜੀ ਪਿਚੁਟਰੀ ਗ੍ਰੰਥੀ ਹੈ ਜੇਕਰ ਇਹ ਐਕਟਿਵ ਨਾ ਹੋਏ ਤਾਂ ਕੀ ਹੁੰਦਾ ਹੈ ਇਨਸਾਨ ਕਰੂਪ ਲੱਗਦਾ ਹੈ। ਠੀਕ ਹੈ। ਔਰ ਡਕਲਸ ਗਲੈਂਡ ਨਾਲ ਕੀ ਹੈ, ਇਸ ਦੇ ਨਾਲ ਕੀ ਹੁੰਦਾ ਹੈ ਆਪਣੇ ਹਾਰਮੋਨਸ ਲਹੂ ਵਿੱਚ ਘੁਲ ਕੇ ਕੀ ਕਰਦੇ ਹਨ ਕੋਨੇ ਕੋਨੇ ਤੱਕ ਖੂਨ ਪਹੁੰਚਾਉਂਦੇ ਹਨ। ਇਹ ਵਾਲੇ ਜੋ ਫੈਕਟਰ ਨੇ ਇੰਪੋਰਟੈਂਟ ਹਨ। ਇਸ ਤੋਂ ਇਲਾਵਾ ਜਿਵੇਂ ਆਪਾਂ ਕਿਹਾ ਕਿ ਡਿਵੈਲਪਮੈਂਟ ਇੱਕ ਕੰਟੀਨਿਊ ਪ੍ਰੋਸੈਸ ਹੈ, ਗਰੋਥ ਨਹੀਂ ਹੈ। ਇਸ ਤੋਂ ਇਲਾਵਾ ਕੁਆਂਟੀਟੇਟਿਵ, ਕੁਆਲੀਟੇਟਿਵ ਬੋਥ ਇਹ ਇੰਪੋਰਟੈਂਟ ਨੇ ਪ੍ਰੋਸੈਸ ਤੇ ਤੁਹਾਨੂੰ ਲਰਨ ਹੋਣਾ ਚਾਹੀਦਾ। ਜੇਕਰ ਤੁਹਾਡਾ ਕਨਸੈਪਟ ਕਲੀਅਰ ਹੈ ਤਾਂ ਤੁਸੀਂ ਕਿਸੇ ਵੀ ਪੇਪਰਸ ਨੂੰ ਸੋਲਵ ਕਰ ਸਕਦੇ ਹੋ। ਜੇਕਰ ਤੁਹਾਨੂੰ ਅੱਛਾ ਲੱਗਿਆ ਹੋਏਗਾ ਤਾਂ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਫਰੋਮ ਚੈਨਲ ਲਰਨ ਵਿਦ ਸੁਨੈਨਾ। ਥੈਂਕ ਯੂ।